सूबे अंदर कणक की आमद शुरू हो चुकी है। मंडियां दे विच कणक अज तो शुरू होनी सी। सरकार ने पूरे प्रबंध कीते ने। इस टाइम असी खरड़ मंडी दे विच खड़े आ। तुसी देख सकदे कि इन्हां दिनां दे विच पूरी मंडी कणक दे बोलां दे नाल ढेरां दे नाल भरी हुंदी, लेकिन फिलहाल ये मंडी खाली आ। क्यों खाली है ये भी वजह तुहानूं दस्सांगे। हुण देख सकदे कि मसां 3-4 ट्रालियां ने ते 3-4 ही कणक दे ढेर बोल लगे हुए ने। वजह साफ आ कि जिहड़ी सेंटर सरकार कह रही है कि किसानां नूं डायरैक्ट जिहड़ी पेमेंट होनी चाहिए, लेकिन पंजाब दे विच नहीं पूरे देश के अंदर जिहड़ा किसानां ते आड़तियां दा रिश्ता हैगा ये बहुत पुराना रिश्ता हैगा। नेरे सवेरे अगर किसान नूं पैसे की लोड़ पैंदी आ ते वो चुप चपीते बिना किसी झिझक तो जिहड़ा वो अपना आड़ती दे घर चला जाता, उन्होंने पैसे मिल जाते। लेकिन हुण ये नहीं मिलणगे। आड़तीए पंजाब दे कह रहे ने कि इहदे प्रबंध किए जाण। किसान भी कह रहे ने कि सानू सीधी अदायगी नहीं, साडा जिहड़ा रिश्ता सांझ आ उस तरह बनी रहे। ये मंडियां दे विच कणक आ चुकी है, लेकिन साडे नाल इस समय मार्केट कमेटी के अधिकारी ते आड़तीआ एसोसीएशन के नुमाइंदे भी ने। उन्हां दे नाल गलबात करांगे कि आखिर की वजह ने। सब तो पहला असीं खरड़ मार्केट कमेटी के जिहड़े सकत्तर ने इंद्रजीत सिंह, उन्हां दे नाल गलबात करांगे कि उन्हां वल्लों सरकार वल्लों किहो जिहे प्रबंध कीते गए ने। इंद्रजीत सिंह जी, अगर गल की जाए पिछले सीजन की तो पूरी मंडी कणक दे नाल भरी हुंदी सी, है ना। मैं रौनक मेला लगा हुंदा है, पर अज नहीं। की वजह ते किन्नी की हर साल इत्थे कणक की आमद हो जाती सी? चहल पहल तो हर साल वधिया हुंदी सी, पर इस वारी ये हो गया कि सरकार नूं उपरों ये हिदायतां हो गईयां भी किसान दी जिहड़ी फसल आनी है वो आड़ती राही नहीं अदायगी सीधी उहदे खात्यां 'च पाउणी है। उहदे विरोध दे विच आड़ती साहिबान ने हड़ताल करती है। वो हड़ताल करन दे नाल अज ये मंडी तां खाली नज़र आ रही है। ਤੇ ਤੁਹਾਡੇ ਲੋਕ ਇਹੋ ਜਿਹੇ ਪ੍ਰਬੰਧ ਕੀਤੇ ਗਏ ਨੇ, ਚਾਹੇ ਉਹ ਆੜਤੀਆਂ ਦੀ ਵੱਖਰੀ ਚੱਲ ਰਿਹਾ ਪ੍ਰੋਟੈਸਟ ਚੱਲ ਰਿਹਾ ਹੈ? ਸਾਡੇ ਵੱਲੋਂ ਪ੍ਰਬੰਧ ਮੁਕੰਮਲ ਹੈ। ਜਿਵੇਂ ਲਾਈਟਨਿੰਗ ਦਾ ਪ੍ਰਬੰਧ ਹੈ, ਬਿਜਲੀ ਦੀਆਂ ਸਾਰੀਆਂ ਕੰਪਲੀਟ ਹੈ, ਟੋਇਲਟਸ ਬਲਾਕ ਸਾਰੇ ਕੰਪਲੀਟ ਹੈ, ਸੈਨੀਟਾਈਜ਼ਰ ਮਾਸਕ ਵਗੈਰਾ ਜੋ ਵੀ ਹੈ ਸਾਰਾ ਕੰਪਲੀਟ ਹੈ। ਨਾਲ ਹੀ ਅਸੀਂ ਇਹਨਾਂ ਸਾਰੇ ਆੜਤੀ ਸਾਹਿਬਾਨਾਂ ਨੂੰ ਹਦਾਇਤ ਕੀਤੀ ਹੋਈ ਹੈ ਕਿ ਕੋਵਿਡ-19 ਮਹਾਮਾਰੀ ਚੱਲੀ ਹੋਈ ਹੈ ਅਤੇ ਪ੍ਰਸ਼ਾਸਨ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਕਿ ਵੀ ਜਿਹੜੀ ਆੜਤੀ ਸਾਹਿਬਾਨ ਅਤੇ ਉਹਨਾਂ ਦੇ ਜਿਹੜੇ ਲੇਬਰ ਹੈ ਉਹ ਸਾਰੇ ਆਪਣੇ ਇੰਜੈਕਸ਼ਨ ਲਵਾਉਣ ਅਤੇ ਹੋਰ ਵੀ ਜਿਹੜੇ ਮੰਡੀ ਦੇ ਵਿੱਚ ਕੋਈ ਦੁਕਾਨਦਾਰ ਜਿੰਨੇ ਵੀ ਆ ਸਬਜ਼ੀ ਮੰਡੀ ਨਾਲ ਸੰਬੰਧਿਤ ਜਾਂ ਦੂਜੇ ਵੀ ਆ ਸਾਰਿਆਂ ਨੂੰ ਹੀ ਇਹੋ ਹੀ ਅਨਾਊਂਸਮੈਂਟਾਂ ਵੀ ਕਰਵਾਈਆਂ ਕਿ ਵੀ ਉਹ ਤੁਸੀਂ ਇਹ ਇੰਜੈਕਸ਼ਨ ਲਵਾਓ ਤਾਂ ਜੋ ਮੰਡੀ ਆਪਣੀ ਸਮੂਥਲੀ ਚੱਲ ਸਕੇ। ਜੇਕਰ ਕੱਲ੍ਹ ਨੂੰ ਕੋਈ ਵਿੱਚ ਬੰਦਾ ਮਰੀਜ਼ ਪਾਇਆ ਜਾਂਦਾ ਤਾਂ ਮੰਡੀ ਬੰਦ ਹੋਣ ਦਾ ਖਦਸ਼ਾ ਵੀ ਰਹਿੰਦਾ। ਤੇ ਖਰੜ ਅਗਰ ਕਮੇਟੀ ਦੀ ਗੱਲ ਕੀਤੀ ਜਾਵੇ ਕਿੰਨੇ ਕੁ ਪਿੰਡ ਪੈ ਜਾਂਦੇ ਹੈਗੇ ਨੇ, ਤੇ ਪਿਛਲੇ ਸੀਜ਼ਨ 'ਚ ਕਿੰਨੀ ਕੁ ਇੱਥੇ ਕਣਕ ਆਈ ਸੀ ਜੀ? 100 ਕੁ ਪਿੰਡ ਪੈ ਜਾਂਦਾ ਇਹਦੇ 'ਚ ਹੈਗਾ ਜੀ, ਅਤੇ 200 ਕੁਇੰਟਲ ਕਣਕ ਦਾ ਹੈਗਾ ਅੰਦਾਜ਼ਨ। ਕੁਇੰਟਲ 2.5 ਲੱਖ ਹੋ ਗਈ। ਤੇ ਹੋਰ ਵੀ ਮਾਰਕੀਟ ਕਮੇਟੀ ਅਗਰ ਖਰੜ ਦੇ ਏਰੀਆ ਦੀ ਗੱਲ ਕੀਤੇ ਉੱਥੇ ਵੀ ਇਦਾਂ ਦੇ ਹਾਲਾਤ ਨੇ ਕਿ ਮੰਡੀਆਂ ਇਸ ਵਾਰ ਸੁਣੀਆਂ? ਖਿਜਰਾਬਾਦ ਸੀ, ਮੈਂ ਖਿਜਰਾਬਾਦ ਵਿਜ਼ਿਟ ਕਰਕੇ ਆ। ਸਾਡੇ ਅਧਿਕਾਰੀਆਂ ਸਾਹਿਬਾਨ ਨੇ ਆਉਣਾ ਸੀ ਵੀ ਉੱਥੇ ਵੀ ਆੜਤੀਆਂ ਵੱਲੋਂ ਹੜਤਾਲ ਕੀਤੀ ਹੋਈ ਹੈ ਅਤੇ ਕਿਸਾਨ ਨਹੀਂ ਆ ਰਹੇ ਹੈਗੇ। ਕਿਸਾਨ ਵੀ ਸੂਝਵਾਨ ਹੈ, ਉਹਨਾਂ ਨੂੰ ਪਤਾ ਵੀ ਸਾਡੇ ਨਾਲ ਕੀ ਨਿਆਂ ਹੋ ਰਿਹਾ। ਅਤੇ ਉਹ ਜਿਵੇਂ ਆੜਤੀ ਸਾਹਿਬਾਨਾਂ ਨੇ ਆਪਣੇ ਕਿਸਾਨਾਂ ਨੂੰ ਕਿਹਾ ਹੋਇਆ ਵੀ ਸ਼ਾਇਦ ਅੱਜ ਕੱਲ੍ਹ 'ਚ ਸਮਝੌਤਾ ਹੋ ਜਾਵੇ ਸਰਕਾਰ ਨਾਲ ਅਤੇ ਉਹ ਆਪਣੀ ਫਸਲ ਲੈਣਗੇ। ਤੇ ਉੱਦਾਂ ਹੁਣ ਜਿਹੜੇ ਅਗਰ ਕੋਈ ਕਿਸਾਨ ਇੱਥੇ ਕਣਕ ਲੈ ਕੇ ਆਉਂਦਾ ਉਹਨੂੰ ਰੋਕਿਆ ਨਹੀਂ ਜਾ ਸਕਦਾ, ਉਹ ਆਪਣੀ ਢੇਰੀ ਲਾ ਸਕਦਾ? ਹਾਂਜੀ, ਉਹਨੂੰ ਰੋਕ ਨਹੀਂ ਸਕਦੇ ਅਸੀਂ, ਉਹਨੂੰ ਰੋਕ ਨਹੀਂ ਸਕਦੇ। ਢੇਰੀ ਲਾ ਸਕਦਾ ਸੀ, ਕਿਉਂ? ਕਿਸਾਨ ਪਰੇਸ਼ਾਨ ਹੈ। ਕਿਸੇ ਨੇ ਕੋਈ ਗਰੀਬ ਕਿਸਾਨ ਆ, ਉਹ ਕੋਲ ਫਸਲ ਘੱਟ ਆ, ਉਹ ਟਰਾਲੀ ਕਿਰਾਏ 'ਤੇ ਲਿਆਉਂਦਾ। ਜੇ ਕਿਰਾਏ 'ਤੇ ਲਿਆਉਂਦਾ ਸੀ ਉਹਨੂੰ ਉੱਥੇ ਰੋਕਾਂਗੇ ਫਿਰ ਤਾਂ ਗਲਤ ਗੱਲ ਹੋਊਗੀ। ਅਸੀਂ ਢੇਰੀ ਤੇ ਲਾ ਸਕਦਾ, ਲੇਕਿਨ ਅੱਗੇ ਖਰੀਦ ਨਹੀਂ ਹੋਏਗੀ। ਖਰੀਦ ਆੜਤੀਆਂ ਦੀ ਸਟ੍ਰਾਈਕ ਚੱਲ ਰਹੀ ਹੈ। ਔਰ ਇਸ ਸਮੇਂ ਸਾਡੇ ਨਾਲ ਨੇ ਸੁਨੀਲ ਅਗਰਵਾਲ ਜੀ ਨੇ, ਜਿਹੜੇ ਆੜਤੀਆ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ। ਸੁਨੀਲ ਜੀ, ਕੀ ਰੇਟ ਕਾ ਤੇ ਜਿਹੜਾ ਇੱਕ ਤਾਂ ਰਿਸ਼ਤਾ ਸਾਂਝ ਬਹੁਤ ਪੁਰਾਣੀ ਹੈਗੀ ਆ, ਤੁਹਾਨੂੰ ਵੀ ਆਰਥਿਕ ਤੌਰ 'ਤੇ ਨੁਕਸਾਨ ਹੈ ਇਹਦੇ 'ਚ ਅਗਰ ਡਾਇਰੈਕਟ ਪੇਮੈਂਟ ਹੁੰਦੀ ਤੇ? ਇਹ ਸਾਰਾ ਸਾਡਾ ਜਿਹੜਾ ਭਾਈਚਾਰਾ ਬਣਿਆ ਹੋਇਆ ਉਹਨੂੰ ਜ਼ਬਰਦਸਤੀ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ, ਕਿਉਂਕਿ ਇਹ ਬਿਲਕੁਲ ਸਾਡਾ ਰਿਸ਼ਤਾ ਵਧੀਆ ਚੱਲ ਰਿਹਾ। ਅੱਜ ਤੋਂ ਨਹੀਂ ਚੱਲ ਰਿਹਾ, 3rd ਜਨਰੇਸ਼ਨ 'ਚ ਮੈਂ ਆੜਤ ਕਰ ਰਿਹਾ, ਵਧੀਆ ਚੱਲ ਰਿਹਾ ਰਿਸ਼ਤਾ। ਇਹ ਸਰਕਾਰ ਜ਼ਬਰਦਸਤੀ ਤੋੜ ਰਹੀ ਹੈ ਇਸ ਰਿਸ਼ਤੇ ਨੂੰ, ਕਿਉਂਕਿ ਇਹ ਸਿੱਧੀ ਪੇਮੈਂਟ ਦਾ ਵੀ ਮੁੱਦਾ ਹੈ ਅਤੇ ਇੱਕ ਸਾਡੀ ਜਿਹੜੀ ਕਮਿਸ਼ਨ ਲੇਬਰ ਪਹਿਲਾਂ ਵੀ ਕਈ ਚਿਰ ਤੋਂ ਨਹੀਂ ਆ ਰਹੀ ਉਹਦਾ ਵੀ
ਇਹ ਮਸਲਾ ਹੈ, ਕਿਉਂਕਿ ਇਸ ਵਾਰ ਵੀ ਇਹ ਸਾਨੂੰ ਆਸ ਨਹੀਂ ਹੈ ਵੀ ਸਾਨੂੰ ਮਿਲੇਗੀ ਸਾਡੀ ਮਿਹਨਤਾਂ ਦਾ। ਤੇ ਜੀ ਡਾਇਰੈਕਟ ਪੇਮੈਂਟ ਹੁੰਦੀ ਹੈ, ਤੁਹਾਡਾ ਨੁਕਸਾਨ ਕਿਸ ਚੀਜ਼ ਤੋਂ ਹੈਗਾ ਜੀ? ਨੁਕਸਾਨ ਇਹ ਇੱਕ ਆਪਾਂ ਕਹਿੰਦੇ ਮਨ ਦੇ ਵਿੱਚ ਤਕਰਾਰ ਪਾਉਣ ਵਾਲੀ ਗੱਲ ਹੈ ਜੀ। ਹਾਂਜੀ। ਇਹ ਡਾਇਰੈਕਟ ਪੇਮੈਂਟ ਹੋਣੀ ਹੈ ਤਾਂ ਇੱਕ ਸਾਨੂੰ ਉਹਦੀ ਪਰਫੋਰਮਾ ਵੀ ਨਹੀਂ ਹੈ ਡਾਇਰੈਕਟ ਪੇਮੈਂਟ ਦਾ ਹਜੇ ਤੱਕ। ਇੱਕ ਅਸੀਂ ਜਦੋਂ ਫਸਲ ਵਿਕਦੀ ਹੈ ਕਿਸਾਨ ਨੂੰ ਜੇ ਫਾਰਮ ਦਿੰਦੇ ਹੁੰਦੇ ਆ ਕਿ ਜੇ ਫਾਰਮ ਉਹਦੇ ਤੇ ਸਾਰਾ ਵੇਰਵਾ ਹੁੰਦਾ ਕਿਸ ਨੇ ਫਸਲ ਖਰੀਦੀ, ਕੋਈ ਕਿਹੜੀ ਫਸਲ ਖਰੀਦੀ, ਕਿੰਨੀ ਖਰੀਦੀ, ਕਿਸ ਰੇਟ ਤੇ, ਤਾਂ ਉਹ ਇੱਕ ਗਾਰੰਟੀ ਹੁੰਦੀ ਹੈ ਜੇ ਫਾਰਮ ਪੇਮੈਂਟ ਦੀ। ਉਹ ਅਸੀਂ ਕਿਸ ਬੇਸ ਨਾਲ ਦੇ ਸਕਦੇ ਹਾਂ ਜਦੋਂ ਡਾਇਰੈਕਟ ਪੇਮੈਂਟ ਹੋਣੀ ਹੈ? ਸਰਕਾਰ ਨੇ ਤਾਂ ਕੋਈ ਪਰਫੋਰਮਾ ਹੀ ਕਲੀਅਰ ਨਹੀਂ ਹੈ ਹਜੇ। ਤੇ ਜੇ ਪਰਫਾਰਮਾ ਕਲੀਅਰ ਹੋ ਜਾਂਦਾ ਫਿਰ ਤੁਸੀਂ ਬੋਲੀ ਕਰ ਸਕਦੇ ਕਿ ਨਹੀਂ? ਸਾਡੀ ਪੇਮੈਂਟ ਦੀ ਵੀ ਗਾਰੰਟੀ ਦੇਵੇ ਸਰਕਾਰ, ਸਾਨੂੰ ਕਦੋਂ ਮਿਲੇਗੀ? ਸਾਡੀ ਆੜਤ ਤੇ ਲੇਬਰ ਦੇ ਪੈਸੇ ਆ ਉਹ ਸਾਨੂੰ ਕਦੋਂ ਮਿਲਣਗੇ? ਇਹ ਪਾਲਿਸੀਜ਼ ਕਲੀਅਰ। ਹੁਣ ਮੀਟਿੰਗ ਚੱਲ ਰਹੀ ਹੈ ਪੰਜਾਬ ਪ੍ਰਧਾਨ ਜੀ ਦੀ, ਤੇ ਜੋ ਹੁਕਮ ਆਏਗਾ ਫਿਰ ਉੱਦਾਂ ਕਰਾਂਗੇ ਜੀ। ਤੁਹਾਡਾ ਵੀ ਨੁਕਸਾਨ ਹੈ? ਬਿਲਕੁਲ, ਸਾਡਾ ਤਾਂ ਵਪਾਰ ਬੰਦ ਹੋ ਰਿਹਾ ਜੀ। ਨੁਕਸਾਨ ਤਾਂ ਹੈ ਹੀ, ਸਾਡੇ ਨਾਲੋਂ ਵੱਧ ਕਿਸਾਨ ਭਰਾ ਦਾ ਨੁਕਸਾਨ ਹੈ। 6 ਮਹੀਨੇ ਹੋ ਗਏ ਉਹਨਾਂ ਨੂੰ ਉਡੀਕਦੇ ਨੂੰ, ਅਸੀਂ ਵੀ ਉਹਨਾਂ ਦੇ ਸਿਰ ਤੇ ਹੀ ਰੋਟੀ ਰੋਜੀ ਚਲਾ ਰਹੇ ਹਾਂ ਆਪਣੀ। 6 ਮਹੀਨੇ ਤੋਂ ਅਸੀਂ ਵੀ ਉਡੀਕ ਰਹੇ ਹਾਂ। ਸਾਨੂੰ ਵੀ ਚਾਹ ਕਿਸਾਨ ਜਿੰਨਾ ਹੀ ਹੈ ਵੀ ਫਸਲ ਆਏਗੀ, ਅਸੀਂ ਸੀਜ਼ਨ ਲਾਵਾਂਗੇ, ਸਾਰਾ ਕੁਝ। ਕਮਿਸ਼ਨ ਵੀ ਮਰਦੀ ਹੈਗੀ ਡਾਇਰੈਕਟ ਪੇਮੈਂਟ ਦੇ ਨਾਲ, ਕਿ ਜਾਂ ਜਿਹੜਾ ਕਿਸਾਨਾਂ ਨੇ ਐਡਵਾਂਸ ਪੈਸੇ ਫੜੇ ਹੁੰਦੇ ਉਹ ਮਰਨ ਦਾ ਜ਼ਿਆਦਾ ਡਰ ਆ? ਨਹੀਂ, ਉਹ ਮਰਨ ਦਾ ਡਰ ਨਹੀਂ, ਕਿਉਂਕਿ ਉਹ ਮੈਂ ਤੁਹਾਨੂੰ ਦੱਸਿਆ ਸਾਡਾ 9 ਮਾਸ ਦਾ ਰਿਸ਼ਤਾ ਹੈ। ਉਹ ਕੋਈ ਇੱਦਾਂ ਦੀ ਗੱਲ ਨਹੀਂ ਹੈ। ਇਹ ਸਾਨੂੰ ਪੇਮੈਂਟ ਦਾ ਵੀ ਹਲੇ ਡਾਊਟਫੁਲ ਇਹ ਹੈ ਕਿ ਸਾਡੀ ਆੜਤ ਮਜ਼ਦੂਰੀ ਕਿੱਦਾਂ ਆਏਗੀ, ਕਿਉਂਕਿ ਕਦੀ ਫਰਦਾਂ ਦਾ ਰੌਲਾ ਪਾ ਰਿਹਾ, ਕਦੀ ਕੋਈ। ਸਾਨੂੰ ਪਰਫੋਰਮਾ ਹੀ ਕਲੀਅਰ ਨਹੀਂ ਹੈ ਹਜੇ। ਅੱਛਾ, ਇੱਕ ਹੋਰ ਹੈ ਕਿ ਮੰਨ ਲਓ ਮੈਂ ਠੇਕੇ ਤੇ ਖੇਤੀ ਕਰਦਾ ਹੈਗਾ, ਤੇ ਜਦੋਂ ਡਾਇਰੈਕਟ ਪੇਮੈਂਟ ਆ ਗਈ ਉਹ ਕਿਹਨੂੰ ਮਿਲੂਗੀ? ਮੈਨੂੰ ਮਿਲੂਗੀ ਕਿ ਜਾਂ ਜਿਹਦੇ ਕੋਲ ਮੈਂ ਠੇਕੇ ਤੇ ਜ਼ਮੀਨ ਲਈ ਹੈ? ਉਹ ਸਰ ਪਰਫੋਰਮਾ ਹੀ ਕਲੀਅਰ ਨਹੀਂ ਹੈ ਹਜੇ। ਉਹ ਕੀ ਫਰਦ ਕਿਹਦੀ ਲੈ ਕੇ ਆਏਗਾ? ਫਰਦ ਬੇਸਿਕਲੀ ਤਾਂ ਹੁਣ ਫਰਦ ਅਸੀਂ ਮੰਗ ਹੀ ਨਹੀਂ ਸਕਦੇ। ਮੈਂ ਤੁਹਾਡੀ ਪਰਸਨਲ ਇਨਫੋਰਮੇਸ਼ਨ ਨਹੀਂ ਲੈ ਸਕਦਾ। ਮੈਨੂੰ ਕੀ ਰਾਈਟ ਹੈ ਮੈਂ ਕਿਸੇ ਦੀ ਪਰਸਨਲ ਇਨਫੋਰਮੇਸ਼ਨ ਲੈ ਸਕਦਾ? ਜੇ ਪਰਫਾਰਮਾ ਲਈ ਬਣਿਆ ਨਹੀਂ ਹੈਗਾ? ਨਹੀਂ ਜੀ, ਕੋਈ ਪਰਫੋਰਮਾ ਸਾਡੇ ਕੋਲ ਹਜੇ ਤੱਕ ਨਹੀਂ ਆਇਆ। ਇਹ ਲੇਬਰ ਤੁਸੀਂ ਇਹ ਦੇਖੋ ਲੇਬਰ ਵੀ ਹੈ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ। आप कहाँ के रहने वाले हो? मैं बिहार का रहने वाला हूँ। कब आए हो यहाँ पे? यहाँ पे 10 रोज हुआ है। 10 रोज हो गया है। 30 तारीख को आई नहीं। तो अभी आपको काम नहीं मिल रहा यहाँ? नहीं, काम नहीं मिला, चलने खुलने वाला है काम। अच्छा, तो बिहार में काम नहीं मिलता? नहीं, काम तो मिलता है। अब जैसे ठेकेदार हमारे गांव का है, वो बोला कि काम होता है, चलिए तुम्हें साथ में आ गए काम करने के लिए। यहाँ ज़्यादा दिहाड़ी है कि वहाँ ज़्यादा है? देखिए, दिहाड़ी की तो कम है गांव में, ऐसा बात नहीं है। और बाकी यहाँ जो आते हैं तो महीने के हिसाब से जितना रोज काम करते हैं तो हिसाब से पैसे मिल जाते हैं हम लोग को। पैसे मिल जाते जी। तो वैसे आपकी वहाँ को खेती है? खेती है थोड़ा बहुत सर। कितनी की? वही 1-2 बीघा है और ज़्यादा नहीं। हाँ जी, ज़्यादा 2 बीघा। ये लेबर भी है क्योंकि मंडियां ना सुनिया ने, और जिस तरह ਕਿਹਾ ਜਾ ਰਿਹਾ ਹੈ ਕਿ ਆੜਤੀਆਂ ਦੀ ਹੜਤਾਲ ਚੱਲ ਰਹੀ ਹੈ। ਲੇਕਿਨ ਪਿਛਲੇ ਸਾਲ ਅਗਰ ਗੱਲ ਕੀਤੀ ਜਾਵੇ, ਹਾਲਾਂਕਿ ਕਰੋਨਾ ਸੀ, ਲੇਕਿਨ ਕਰੋਨਾ ਦੇ ਦੌਰਾਨ ਹੀ ਮੰਡੀਆਂ ਦੇ ਵਿੱਚ ਪੂਰੀ ਰੌਣਕ ਸੀ। ਔਰ ਕਿਉਂਕਿ ਸਿਰਫ ਆੜਤੀਆਂ ਨੂੰ ਇਨਕਮ, ਕਿਸਾਨ ਵੀ ਆਪਣੀ ਕਣਕ ਲੈ ਕੇ ਆਉਂਦਾ, ਜਿਹੜੇ ਇੱਥੇ ਤੋਲੇ ਨੇ, ਲੇਬਰ ਨੇ, ਤਲਾਈ ਵਾਲੇ ਨੇ, ਉਹਨਾਂ ਨੂੰ ਵੀ ਪੈਸੇ ਮਿਲਦੇ ਨੇ, ਉਹਨਾਂ ਦਾ ਵੀ ਘਰ ਚੱਲਦਾ। ਲੇਕਿਨ ਹੁਣ ਦੇਖ ਸਕਦੇ ਮੰਡੀ ਆ, ਖਰੜ ਦੀ ਮੰਡੀ ਆ, ਔਰ ਇਹ ਸਿਰਫ ਇਸੇ ਮੰਡੀ ਦਾ ਨਹੀਂ, ਬਾਕੀ ਮੰਡੀਆਂ ਦੇ ਵੀ ਹਾਲਾਤ ਇਹੀ ਨੇ ਕਿ ਹਾਲਾਂਕਿ 1 ਤਰੀਕ ਤੋਂ ਖਰੀਦ ਸ਼ੁਰੂ ਹੁੰਦੀ, ਲੇਕਿਨ ਇਸ ਵਾਰ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਆ। ਇਹ ਮੰਡੀ ਦੇ ਵਿੱਚ ਕਿਸਾਨ ਹੁਣ ਟਰਾਲੀਆਂ ਲੈ ਕੇ ਆਏ ਨੇ ਕਣਕ ਆਪਣੀਆਂ ਜਿਨ੍ਹਾਂ ਨੇ ਵਾਢੀ ਕੀਤੀ ਆ, ਤੇ ਉਹ ਹੁਣ ਗੱਲ ਤੇ ਆ ਉਹਨਾਂ ਢੇਰੀਆਂ ਤੇ ਲਾ ਦਿੱਤੀਆਂ। ਲੇਕਿਨ ਹੁਣ ਇੱਥੇ ਗੱਲ ਹੈ ਕਿ ਬੋਲੀ ਨਹੀਂ ਹੋਏਗੀ। ਇਹ ਦੇਖ ਸਕਦੇ ਕਿ ਇੱਥੇ ਢੇਰੀਆਂ ਲੱਗੀਆਂ ਨੇ। ਗੱਲ ਕਰਦੇ ਹੈਗੇ ਕਿ ਕੀ ਹੁਣ, ਕਿਉਂਕਿ ਕਈਆਂ ਦੇ ਸਾਧਨ ਵੀ ਆਪਣੇ ਨਹੀਂ ਆ, ਲੇਕਿਨ ਉਹਨਾਂ ਇੱਥੇ ਜ਼ਰੂਰ ਇਹ ਕਣਕ ਲੈ ਆਏ ਨੇ ਜੀ। ਕਿਹੜਾ ਪਿੰਡ ਜੀ ਆਪਣਾ ਜੀ? ਮੇਰਾ ਪਿੰਡ ਨਿਆਮੀਆਂ ਜੀ, ਬਹਾਦਰ ਸਿੰਘ ਨਿਆਮੀਆਂ ਜੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ। ਇਹ ਕਣਕ ਲੈਂਦੀ ਹੈਗੀ ਪਰ ਹੁਣ ਇਹ ਬੋਲੀ ਤੇ ਨਹੀਂ ਹੋਣੀ ਨੇ? ਨਹੀਂ, ਕਣਕ ਤਾਂ ਅਸੀਂ ਸਵੇਰੇ 5 ਵਜੇ ਲਿਆਏ ਸੀ, ਕਿਉਂਕਿ ਗਵਰਨਮੈਂਟ ਦੀਆਂ ਹਦਾਇਤਾਂ 10 ਤਰੀਕ ਨੂੰ ਪਰਚੇਜ਼ ਸ਼ੁਰੂ ਹੋਣੀ ਸੀ, ਪਰ ਉਹ ਹੋਈ ਨਹੀਂ। ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜੋ ਵੀ ਸਾਡਾ ਇਹ ਮੰਡੀਆਂ ਨੂੰ ਭੰਗ ਕਰਨ ਤੇ ਤੁਲੀ ਹੋਈ ਹੈ ਸਰਕਾਰ, ਉਹ ਅੜੀਅਲ ਅਪਣਾ ਰਹੀ ਹੈ ਆਪਣੇ ਵਤੀਰੇ। ਅੱਛਾ, ਚਲੋ ਤੁਸੀਂ ਤੇ ਕਣਕ ਲੈਣ ਦੀ ਤੁਹਾਨੂੰ ਵੀ ਚੱਲ 4 ਪੈਸੇ ਘਰ ਚ ਆਉਣਗੇ। ਆੜਤੀ ਵੀ ਕਹਿੰਦੇ ਕਿ ਕਿਸਾਨ ਕਣਕ ਲੈ ਕੇ ਆਉਣਗੇ, ਸਾਡੇ ਵੀ 4 ਪੈਸੇ ਬਣਨਗੇ, ਪਰ ਮਸਲਾ ਤੁਸੀਂ ਕਣਕ ਲੈਣ ਦੀ ਆ, ਬੋਲੀ ਹੋਣੀ ਨਹੀਂ ਹੈ, ਇਹ ਫਿਰ ਇਦਾਂ ਹੀ ਪਈ ਰਹੇਗੀ। ਨਹੀਂ, ਇੱਦਾਂ ਕਿਸ ਤਰ੍ਹਾਂ ਪੈ ਰਹੇਗੀ? ਪਰੇਸ਼ਾਨੀ ਹੋ ਰਹੀ ਹੈ। ਅਸੀਂ 2 ਦਿਨ ਦਾ ਸੋਚ ਰਹੇ ਹਾਂ, 2 ਦਿਨ ਬਾਅਦ ਸਾਰੀਆਂ ਮੰਡੀਆਂ ਭਰ ਜੂਗੀਆਂ। ਅਸੀਂ ਅਗਲਾ ਐਕਸ਼ਨ ਸੜਕਾਂ ਤੇ ਲੈ ਕੇ ਜਾਵਾਂਗੇ। ਸਾਰਾ ਕੁਝ ਅਸੀਂ ਆਪਣੇ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕਰਕੇ
ਅਸੀਂ ਅਗਲਾ ਸਰਕਾਰ ਨੂੰ ਕੁਛ ਨਾ ਕੁਛ ਸਾਨੂੰ ਕਰਨਾ ਪਊਗਾ ਆਪਣੀ ਕਣਕ ਦਾ ਵੇਚਣ ਵਾਸਤੇ। ਤੁਹਾਡਾ ਤਾਂ ਚਲੋ ਸਾਧਨ ਆਪਣਾ ਹੈਗਾ, ਕਈ ਇਦਾਂ ਦੇ ਵਿਚਾਰੇ ਕਿਸਾਨ ਨੇ ਜਿਨ੍ਹਾਂ ਦੇ ਸਾਧਨ ਨਹੀਂ ਹੈਗੇ, ਟਰਾਲੀ ਕਿਰਾਏ ਤੇ ਲੈ ਕੇ ਆਏ ਹੋਣਗੇ, ਉਹ ਕੀ ਕਰਨਗੇ ਫਿਰ? ਸਾਰੇ ਕਰਨਗੇ, ਅਸੀਂ ਰਲ ਮਿਲ ਕੇ ਕਰੂੰਗੇ ਸਾਰੇ। ਐਜੀਟੇਸ਼ਨ ਤਾਂ ਸਾਨੂੰ ਕਰਨੀ ਪਊਗੀ ਨਾ ਆਪਣੀ ਫਸਲਾਂ ਵੇਚਣ ਵਾਸਤੇ। ਅਸੀਂ ਸਰਕਾਰਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਫਸਲਾਂ ਵੇਚਣੀਆਂ, ਅਸੀਂ ਇਹਨਾਂ ਨੂੰ ਖਰੀਦਣੀਆਂ ਪੈਣੀਆਂ, ਜਿਸ ਤਰ੍ਹਾਂ ਮਰਜ਼ੀ ਖਰੀਦਣੀਆਂ ਪੈਣੀਆਂ ਸਾਡੀਆਂ ਫਸਲਾਂ। ਕੀ ਬਣੂਗਾ ਜੀ ਹੁਣ ਫਿਰ? ਬਣੂਗਾ ਕਿ ਜੀ ਜੇ ਨਾ ਸਰਕਾਰ ਨੇ ਚੱਕੀ ਤਾਂ ਫਿਰ ਸੜਕਾਂ 'ਤੇ ਜਾਣਗੇ, ਜਾਮ ਲਾਉਂਗੇ। ਸਰਕਾਰ ਨੂੰ ਹਰ ਹੀਲੇ ਮਾਰਤੀਆਂ ਦੀ ਗੱਲ ਮੰਨਣੀ ਪਊਗੀ ਤਾਂ ਕਿ ਜ਼ਿਮੀਂਦਾਰ ਆਪਣਾ ਫਸਲ ਚੁਕਾ ਸਕੇ। ਗੱਲ ਤੇ ਇਹ ਨਾ ਕਿ ਬੰਦਾ ਸੋਚਦਾ ਨਾ ਕਿ ਚੱਲ ਹੁਣ ਯਾਰ ਕਣਕ ਆ, 4 ਪੈਸੇ ਆਉਣਗੇ, ਜਿੰਨੀ ਵੀ ਵੇਚੀ ਹੈਗਾ ਥੋੜਾ ਘਰ ਦੇ ਖਰਚੇ ਨਿਕਲਣਗੇ। ਤੇ ਜੇ ਇਦਾਂ ਹੀ ਰੋਲਣ ਲੱਗ ਪਈ, ਤੁਸੀਂ ਸੜਕਾਂ ਤੇ ਬੈਠ ਦੇਣਾ, ਕਣਕ ਚੁੱਕੀ ਨਹੀਂ ਜਾਣਗੀ, ਫਿਰ ਘਰ ਦਾ ਗੁਜ਼ਾਰਾ ਕਿਵੇਂ ਹੋਊਗਾ? ਅੱਗੇ ਤਾਂ 6 ਮਾਹ ਹੀ ਪੈਸੇ ਆਉਂਦੇ ਨੇ ਘਰ 'ਚ। ਇਹ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ। ਸਰਕਾਰਾਂ ਨੂੰ ਚੁਣ ਕੇ ਭੇਜਿਆ, ਅਸੀਂ ਆਪਣੀਆਂ ਵਾਸਤੇ ਭੇਜਿਆ। ਇਹ ਆਪਣੇ ਢਿੱਡ ਭਰ ਰਹੇ, ਸਾਡੇ ਬਾਰੇ ਸੋਚ ਨਹੀਂ ਰਹੇ। ਫਿਰ ਅਸੀਂ ਰੋਲੂਗੇ, ਫਿਰ ਇਹਨਾਂ ਨੂੰ ਵੀ ਨਾਲ ਰੋਲੂਗੇ। ਅਸੀਂ ਇਕੱਲੇ ਹੀ ਰੋਲੂਗੇ, ਇਹਨਾਂ ਨੂੰ ਵੀ ਨਾਲ ਰੋਲੂਗੇ। ਫਿਰ ਅਸੀਂ ਜਿਹੜੇ ਆੜ੍ਹਤੀਏ ਗਏ ਹੜਤਾਲ ਕੀਤੀ ਹੈਗੀ, ਤੁਹਾਨੂੰ ਲੱਗਦਾ ਕਿ ਸਹੀ ਹੈਗੀ ਉਹ? ਜੇ ਕਿਸਾਨ ਨੂੰ ਤੁਹਾਡੇ ਖਾਤਿਆਂ 'ਚ ਸਿੱਧੇ ਪੈਸੇ ਮਿਲ ਜਾਂਦੇ, ਤੁਹਾਨੂੰ ਫਾਇਦਾ ਨਹੀਂ ਹੈ? ਨਹੀਂ, ਸਿੱਧੇ ਪੈਸੇ ਤਾਂ ਹੁਣ ਮੈਂ ਗੰਨੇ ਦੀ ਫਸਲ ਵੇਚੀ ਵੀ ਹੈ ਸਰਕਾਰ ਨੂੰ। ਪੰਜਾਬ ਗਵਰਨਮੈਂਟ ਨੇ, ਸੈਂਟਰ ਸਰਕਾਰ ਨੇ ਸਾਨੂੰ ਗੰਨੇ ਦੇ ਪੈਸੇ ਦੇਣੇ, ਤੇ ਮੇਰੇ ਪਿਛਲੇ ਸਾਲ ਦੇ 2020 ਦੇ 19-20 ਦੇ ਫਰਵਰੀ 2 ਫਰਵਰੀ ਤੇ ਬਾਅਦ ਕੋਈ ਪੈਸਾ ਨਹੀਂ ਸਾਨੂੰ ਦਿੱਤਾ ਇਹਨਾਂ ਨੇ। ਦੱਸੋ, ਮਤਲਬ ਜੇ ਗੰਨੇ ਦੇ ਪੈਸੇ ਨਹੀਂ ਆਏ ਤੇ ਗਾਂ ਇਹ ਵੀ ਉਮੀਦ ਨਹੀਂ ਕਿ ਕਣਕ ਝੋਨੇ ਦੇ ਪੈਸੇ? ਇਹੀ ਉਹ ਵੀ ਸਿੱਧੀ ਦੇਖਦੀ ਹੈ ਜੀ, ਉਹ ਵੀ ਗਵਰਨਮੈਂਟੇ ਖਰੀਦੀ, ਇਹ ਵੀ ਗਵਰਨਮੈਂਟੇ ਖਰੀਦੀ ਆ। ਅਗਰ ਅਸੀਂ ਅੱਜ ਸਿੱਧੀ ਪੇਮੈਂਟ ਹੋ ਜਾਂਦੀ ਹੈ ਸਾਨੂੰ, ਕੱਲ ਨੂੰ ਸਾਨੂੰ ਗੰਨੇ ਮੰਗੇ ਹੈਰਾਨ ਕਰੇਗੀ ਸਰਕਾਰ। ਹੁਣ ਤਾਂ ਸਾਡਾ 9 ਮਾਸ ਦਾ ਰਿਸ਼ਤਾ ਅਸੀਂ ਆੜ੍ਹਤੀ ਤੋਂ ਲੈ ਲੈਂਦੇ, ਆੜ੍ਹਤੀ ਸਾਨੂੰ ਦੇ ਦਿੰਦਾ। ਜਦ ਮਰਜ਼ੀ ਪੈਸੇ ਅਸੀਂ ਐਡਜਸਟਮੈਂਟ ਕਰਦੇ ਹਾਂ। ਕਦੇ ਵੀ ਮੇਰੀ 52 ਸਾਲ ਦੀ ਉਮਰ ਹੋ ਗਈ, ਸਾਡਾ ਅਜੇ ਤੱਕ ਕਦੇ ਵੀ ਨਾ ਸਾਡੇ ਬਜ਼ੁਰਗਾਂ ਦਾ, ਸਭ ਦਾ ਹੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕਦੇ ਆੜ੍ਹਤੀਆਂ ਨਾਲ ਸਾਡਾ ਕੋਈ ਰੌਲਾ ਹੀ ਨਹੀਂ ਪਿਆ। ਇਹ ਰੌਲਾ ਨਹੀਂ ਪਿਆ ਕਿ ਫਿਰ ਸਰਕਾਰ ਨੂੰ ਕੀ ਪੀੜ ਹੋ ਰਹੀ? ਕਿਸਾਨ ਕਹਿੰਦੇ ਕਿਸਾਨਾਂ ਨੂੰ ਬੜੀ ਪੀੜ ਉਹਨੂੰ ਸਰਕਾਰ ਨੂੰ ਹੋ ਰਹੀ ਹੈ। ਕਿਸਾਨਾਂ ਨੂੰ ਤਾਂ ਨਹੀਂ ਹੋ ਰਹੀ ਜੀ, ਨਹੀਂ ਸਰਕਾਰ ਨੂੰ ਹੋ ਰਹੀ ਹੈ। ਕਿਸਾਨ ਤਾਂ ਜਿਵੇਂ ਕਿਸੇ ਪਾਸੇ ਜਾਣਾ ਹੀ ਨਹੀਂ ਹੈ। ਹਾਂਜੀ, ਸਾਡੀ ਤਾਂ ਇਹੀ ਮੰਗ ਹੈ ਵੀ ਜਿਹੜਾ ਪੈਸਾ ਜਾਣਾ ਆੜ੍ਹਤੀਆਂ ਕੋਲ ਆਉਣਾ ਚਾਹੀਦਾ। ਕਿਸਾਨਾਂ ਦੇ ਖਾਤੇ 'ਚ ਨਹੀਂ ਆਣੇ ਚਾਹੀਦੇ ਪੈਸੇ? ਨਹੀਂ ਜੀ ਨਹੀਂ, ਖਾਤੇ ਵਿੱਚ ਕੋਈ ਪੈਸਾ ਨਹੀਂ ਆਉਣਾ ਚਾਹੀਦਾ। ਨਹੀਂ, ਜੇ ਸਿੱਧੇ ਪੈਸੇ ਆ ਜਾਣਗੇ ਤੇ ਤੁਸੀਂ ਜਿਹੜੇ ਸਿੱਧੇ ਪੈਸੇ ਆਉਣਗੇ ਜਿਹੜੇ ਕਿਸੇ ਆੜ੍ਹਤੀ ਕੋਲ ਇਹਨੂੰ ਤੁਸੀਂ ਤਦ ਵੀ ਦੇ ਹੀ ਸਕਦੇ। ਨਾ ਜੀ ਨਾ, ਕਿਤੇ ਫਸਲ ਹੋਗੀ ਜੀ। 2 ਏਕੜ ਜ਼ਮੀਨ ਵਾਲੇ ਨੂੰ ਕਿੰਨੀ ਕੁ ਆਮਦਨ ਹੋਗੀ? ਉੱਪਰ 3 ਬੱਚੇ ਹੋਣਗੇ ਜੀ। ਹੁਣ ਜੇ ਸਾਨੂੰ 6 ਮਹੀਨੇ ਤੱਕ 2 ਏਕੜ ਵਾਲਾ ਕਿਸ ਤਰ੍ਹਾਂ ਗੁਜ਼ਾਰਾ ਕਰੂਗਾ? 1.5 ਏਕੜ ਹੈ ਜੀ। ਮੈਨੂੰ ਹੁਣ ਮੇਰੇ ਬੱਚੇ ਪੜ੍ਹ ਰਹੇ ਹੈ, ਇੱਕ +2 ਮੈਂ ਜੀ, ਇੱਕ BA ਫਸਟ ਈਅਰ ਮੈਂ। ਉਹਨਾਂ ਦਾ ਖਰਚਾ ਮੈਨੂੰ ਐਂ ਦੱਸੋ ਵੀ 2 ਏਕੜ ਦੇ ਵੀ ਘੱਟ ਹੈ ਜੀ ਇੱਕ ਨਾਲ। ਸਰਕਾਰ ਨੂੰ ਨਿਆਣੀ ਹੈ, ਸਰਕਾਰ ਨੂੰ ਇਹ ਚੀਜ਼ਾਂ ਸਮਝ ਨਹੀਂ ਲੱਗਦੀਆਂ ਤੁਹਾਡੇ ਹਿਸਾਬ ਨਾਲ? ਸਰਕਾਰ ਨੂੰ ਤਾਂ ਮੋਦੀ ਯਾਰ ਉਹ ਦਿਖ ਰਿਹਾ ਜੀ, ਆਪਣਾ ਅਬਾਨੀ ਅਡਾਨੀ ਕੌਣ ਹੈ ਜੀ? ਉਹ ਮੋਦੀ ਨੂੰ ਤਾਂ ਉਹੀ ਦਿਖ ਰਹੇ, ਹੋਰ ਤਾਂ ਕੋਈ ਦਿਖੇ ਨਹੀਂ ਰਿਹਾ ਜੀ ਇਹਨਾਂ ਨੂੰ। ਜਿਸ ਤਰ੍ਹਾਂ ਹੁਣ ਅਸੀਂ ਇੱਥੇ ਆੜ੍ਹਤੀ ਨੂੰ ਜੇ ਕਹਿ ਦਈਏ 50,000 ਚਾਹੀਦਾ, ਉਹ ਸਾਨੂੰ ਨਾ ਨਹੀਂ ਕਰਦੇ। ਸਵੇਰੇ ਜਦੋਂ ਮਰਜ਼ੀ ਆੜ੍ਹਤੀ ਦਾ ਦਰਵਾਜ਼ਾ ਖੜਕਾ, ਮਰਜ਼ੀ ਚਾਹੇ ਰਾਤ ਨੂੰ 12 ਵਜੇ ਆ ਜਾਓ ਜੀ। ਪਿੱਛੇ ਸਾਡੀ ਮਾਤਾ ਢਿੱਲੀ ਹੋ ਗਈ ਸੀ ਕਿ ਫੋਨ ਕਰਿਆ ਵੀ ਇੰਨੇ 30,000 ਰੁਪਏ ਚਾਹੀਦਾ, ਉਹ ਕਹਿੰਦਾ ਵੀ ਘੰਟੇ ਮੈਂ ਤੁਹਾਨੂੰ ਮਿਲ ਜੂਗੇ। ਹਸਪਤਾਲ में पहुँचाते जी। हूँ असी 1.5 किले या 2 किले वाला करूँगा क्या? पहले या तो किसी नौकरी दवा दे, कोई 20-25 हज़ार की नौकरी दवा दे, असं जमीन मोदी नूं दे दूंगे जी, या अडवानी ले लो, अडानी ले लो, जो मर्जी ले लो। साढ़ा कोई गुजारा तो चाहिए। साढ़े बच्चे बड़े बड़े हो गए, कल ब्याहने भी है, पढ़ रहे हैं जी। अगे डैडी जी सानू इन्ने चाहिए, फीस भरनी है 30,000 रुपया। MSc कर रही है एक गुड्डी जी, उसकी मेरे ख्याल में 30-35 हज़ार रुपये जा रही है। एक 6 महीने की फीस है, बाकी अलग ਜਿਹੜਾ ਐਕਸਟਰਾ ਖਰਚਾ ਹੈ ਰੋਜ਼ ਦਾ ਉਹ 100-150 ਰੁਪਿਆ ਉਹ ਹੈ। ਉਹਨਾਂ ਨੂੰ ਉਹ ਸਾਨੂੰ ਐਂ ਦੱਸੋ ਵੀ 2 ਏਕੜ ਮਤਲਬ ਕਿਸ ਤਰ੍ਹਾਂ ਹੋਊਗਾ ਜੀ ਗੁਜ਼ਾਰਾ? ਤੁਸੀਂ ਕੁਝ ਕਹਿ ਰਹੇ ਕਿ ਗੁਜ਼ਾਰਾ ਨਹੀਂ ਹੈਗਾ 1-2 ਏਕੜ 3 ਏਕੜ ਵਾਲੇ ਦਾ। ਹੋਰ ਕੋਈ ਸਾਡੇ ਕੋਲ ਜੌਬ ਨਹੀਂ, ਨੌਕਰੀ ਨਹੀਂ, ਪ੍ਰਾਈਵੇਟ ਨੌਕਰੀਆਂ ਨਹੀਂ ਹੈ ਜੀ, ਤਾਂ ਕਰੂੰਗੇ ਕਿਆ ਜੀ ਉੱਥੇ? ਇਹ ਤੋਂ ਬਿਨਾਂ ਆੜ੍ਹਤੀ ਦਾ ਤਾਂ ਸਾਨੂੰ ਦੱਸੋ ਜੀ। ਅਗਰ ਸਰਕਾਰ ਸਾਡੇ ਪੈਸੇ ਨਹੀਂ ਭੇਜਦੀ ਸਿੱਧੀ ਪੇਮੈਂਟ ਜੀ, ਹੁਣ ਫਸਲ ਵੇਚਤੀ ਸੀ 6 ਮਹੀਨੇ ਕਿੱਥੇ ਤੋਂ ਗੁਜ਼ਾਰਾ ਕਰਾਂਗੇ ਜੀ? ਆੜ੍ਹਤੀ ਤੋਂ ਚਲੋ ਅਸੀਂ ਨੇਰ ਸਵੇਰ ਕਦੇ ਵੀ ਆ ਕੇ ਸਾਡੀ ਫਰਮਾਇਸ਼ ਪੂਰੀ ਕਰਦੇ ਹਾਂ ਜੀ, ਦਿੰਦੇ ਹਾਂ ਜੀ ਸਾਨੂੰ ਪੈਸੇ। ਹਾਂਜੀ, ਮਤਲਬ ਕਿ ਕਿਸਾਨਾਂ ਨੂੰ ਦੁਖੀ ਕੀਤਾ ਜਾ ਰਿਹਾ ਹੈ। ਇਹ ਸਭ ਤੋਂ ਬੜਾ ਜੀ ਜਿਹੜੀ ਗਵਰਨਮੈਂਟ ਇਹ ਪਰੇਸ਼ਾਨੀ ਕਰ ਰਹੀ ਹੈ, ਇਹ ਮੰਡੀਕਰਨ ਤੋੜਨੇ ਦਾ ਸਿਸਟਮ ਹੈ ਜੀ। ਇੱਕ ਇਹ ਸਭ ਤੋਂ ਮੰਡੀਕਰਨਾਂ ਤੋੜਨੀਆਂ, ਇਹਨਾਂ ਨੇ ਮੰਡੀਆਂ ਤੋੜਨੀਆਂ ਜੀ। ਇਹ ਜਿਹੜੇ ਜ਼ਿਮੀਂਦਾਰਾਂ ਖਤਮ ਕਰਨਾ, ਅਰੇ ਕਾਰਪੋਰੇਟ ਅਦਾਰਿਆਂ ਨੂੰ ਸਾਡੀਆਂ ਜ਼ਮੀਨਾਂ ਦੇਣੀਆਂ, ਸਾਡੇ ਤੋਂ ਜ਼ਮੀਨਾਂ ਖੋਹਣ ਦੇ ਤਹਿਲਕੇ ਵਿੱਚ ਸਰਕਾਰ ਇਹ ਸਾਡੇ ਤੇ ਕਾਨੂੰਨ ਥੋਪ ਰਹੀ ਹੈ। ਇਹ ਸਾਰੇ ਢੰਗ ਤਰੀਕੇ ਹੀ ਆ, ਤੁਸੀਂ ਕੁਝ ਕਹਿ ਰਹੇ ਸੀ? ਹਾਂਜੀ, ਢੰਗ ਤਰੀਕੇ ਹੀ ਆ ਮੰਡੀਕਰਨ ਸਿਸਟਮ। ਹਾਂਜੀ ਹਾਂਜੀ। ਜਦੋਂ ਇਹ ਆਪਣੇ ਸਾਨੂੰ ਕਮਿਸ਼ਨ ਹੀ ਕੁਛ ਨਹੀਂ ਦੇਣਾ, MSc ਦੇ, ਫਿਰ ਸਾਨੂੰ ਕੰਮ ਕਰੇ ਦਾ ਕੀ ਫਾਇਦਾ? ਅਸੀਂ ਐਡਾ ਕੰਮ ਕਰ ਰਹੇ ਤੇ ਫਾਇਦਾ ਕੀ ਫਿਰ? ਇਹਦੇ ਪਰੇਸ਼ਾਨੀ ਕਰ ਰਹੇ ਆ
ਜੇ ਪਹਿਲਾਂ ਸੋਚਣਾ ਚਾਹੀਦਾ ਉਹਨਾਂ ਨੂੰ ਕਿਆ ਹੈ। किसान भी परेशान है, आड़ती भी परेशान है, मजदूर भी ने, लेबर भी आपको भी परेशानी है? परेशानी है जी, हम लोग का 6-7 रोज आके बैठे हुए हैं, कोई काम है ही नहीं। आरती वाला का काम चलेगा तब ना हम लोग का मिलेगा, इसलिए हम लोग भी बैठे हुए हैं। बिहार से आए हैं, 2-3 हज़ार रुपया किराया दे करके घर से आए हैं, बाल बच्चा छोड़ करके, इसलिए काम करने के लिए आए। यहाँ काम मिलता नहीं है। आपको लगता है जो सेंटर सरकार, मोदी सरकार, वो सही नहीं कर रही? अभी गलत कर रही है जी, पहले तो सही था जी, वही मांग कर रहे, पहले जैसे था वैसे ही होना चाहिए। तो कितने लोग आए आप बिहार से? अभी तो हमारे दुकान पर यहाँ तो 20 बंदे करीब आए हुए हैं, ऐसे ही बैठे हुए हैं, कोई काम नहीं है। तो हर साल आते हो आप? हर साल आते हैं, इसी साल ऐसा हुआ। तो आप भी परेशान हो हैं? मैं तो दर ठेकेदार। ਇਹ ਕਹਿ ਸਕਦੇ ਕਿ ਖਰੜ ਮੰਡੀ ਦੀ ਤਸਵੀਰ ਨਹੀਂ, ਇਹ ਪੂਰੇ ਪੰਜਾਬ ਦੀ ਤਸਵੀਰ ਆ। ਪੰਜਾਬ ਦੇ ਜਿੰਨੀਆਂ ਵੀ ਖਰੀਦ ਕੇਂਦਰ ਬਣਾਏ ਗਏ ਨੇ ਜਾਂ ਪੱਕੀਆਂ ਮੰਡੀਆਂ ਬਣਾਈਆਂ ਗਈਆਂ ਨੇ, ਉੱਥੇ ਕਿਸਾਨ ਚਾਹੇ ਇੱਕਾ ਦੁੱਕਾ ਕਿਸਾਨ ਆਪਣੀ ਕਣਕ ਲੈ ਕੇ ਆ ਰਹੇ ਨੇ, ਪਰ ਆੜਤੀਆਂ ਦੀ ਹੜਤਾਲ ਆ। ਆੜਤੀ ਕਹਿੰਦੇ ਨੇ, ਕਿਸਾਨ ਵੀ ਕਹਿੰਦੇ ਨੇ ਕਿ ਜਿਹੜਾ ਪੁਰਾਣਾ ਸਿਸਟਮ ਆ, ਜਿਹੜੀ ਪੁਰਾਣੀ ਸਾਂਝ ਆ, ਸਦੀਆਂ ਤੋਂ ਚੱਲਦੀ ਆ ਰਹੀ ਆ, ਉਹਨੂੰ ਬਹਾਲ ਰੱਖਣਾ ਚਾਹੀਦਾ। ਕਿਸਾਨ ਵੀ ਕਹਿ ਰਹੇ ਨੇ ਕਿ ਸਾਨੂੰ ਸਿੱਧੀ ਪੇਮੈਂਟ ਨਹੀਂ ਚਾਹੀਦੀ, ਸਾਨੂੰ ਆੜਤੀਆਂ ਦੇ ਥਰੂ ਹੀ ਪੇਮੈਂਟ ਚਾਹੀਦੀ ਹੈ, ਕਿਉਂਕਿ ਕਿਸਾਨੀ ਕੋਈ ਮੁਨਾਫੇ ਵਾਲਾ ਸੌਦਾ ਨਹੀਂ ਆ। ਬਹੁਤ ਲੋਕ 65% ਉਹ ਲੋਕ ਨੇ ਜਿਨ੍ਹਾਂ ਦੀ 2.5 ਏਕੜ 3 ਏਕੜ ਜ਼ਮੀਨ ਆ, ਔਰ ਉਹ ਹਨੇਰੇ ਸਵੇਰੇ ਲੋੜ ਪੈਣ ਤੇ ਆੜਤੀਆਂ ਕੋਈ ਪੈਸੇ ਚੱਕਦੇ ਨੇ। ਜਦ ਮੰਡੀ ਦੇ ਵਿੱਚ ਕਣਕ ਝੋਨਾ ਆਉਂਦਾ ਤੇ ਫਿਰ ਉਹ ਆਪਣਾ ਹਿਸਾਬ ਕਿਤਾਬ ਕਰਦੇ ਨੇ। ਤੇ ਕਿਸਾਨਾਂ ਦਾ ਕਹਿਣਾ ਕਿ ਸਾਨੂੰ ਵੀ ਡਾਇਰੈਕਟ ਪੇਮੈਂਟ ਨਹੀਂ ਚਾਹੀਦੀ, ਆੜਤੀਆਂ ਦੇ ਥਰੂ ਚਾਹੀਦੀ, ਜਾਂ ਫਿਰ ਸਰਕਾਰਾਂ ਇੰਨਾ ਭਲਾ ਕਰ ਦੇਣ ਕਿ ਸਾਨੂੰ ਵੀ ਸਰਕਾਰੀ ਨੌਕਰੀ ਦੇ ਦੇਣ ਤੇ ਫਿਰ ਸਾਡੀ ਜ਼ਮੀਨ ਚਾਹੇ ਦੇਸ਼ ਦਾ ਜਿਹੜਾ ਮਰਜ਼ੀ ਵੱਡੇ ਤੋਂ ਵੱਡੇ ਘਰਾਣਾ ਖਰੀਦ ਲੇ, ਸਾਡੇ ਬੰਦੋਬਸਤ ਕਰ ਦੇਣਾ ਚਾਹੀਦਾ। ਪਰ ਸਭ ਤੋਂ ਵੱਡਾ ਸਵਾਲ ਆ, ਇਹ ਰੇੜਕਾ ਕਦੋਂ ਖਤਮ ਹੋਊਗਾ ਤੇ ਸਰਕਾਰਾਂ ਦੇ ਜਿਹੜੇ ਐਕਸਪੈਰੀਮੈਂਟ ਆ ਉਹ ਕਦੋਂ ਕਾਮਯਾਬ ਹੋਣਗੇ? ਕਿਉਂਕਿ ਆੜਤੀਆਂ ਨੂੰ ਵੀ ਤੇ ਕਿਸਾਨਾਂ ਨੂੰ ਵੀ ਪਤਾ ਕਿ ਜਿਹੜੀ ਸਰਕਾਰ ਐਕਸਪੈਰੀਮੈਂਟ ਕਰਨਾ ਚਾਹੁੰਦੀ ਆ ਉਹ ਐਕਸਪੈਰੀਮੈਂਟ ਫੇਲ ਹੋਣਗੇ, ਕਿਉਂਕਿ 2013 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ਜਿਹੜੀ ਸਿੱਧੀ ਅਦਾਇਗੀ ਨਹੀਂ, ਇਹ ਆੜਤੀਆਂ ਦੇ ਥਰੂ ਹੋਣੀ ਚਾਹੀਦੀ ਨੇ। ਤੇ ਕਿਸਾਨਾਂ ਦੀ ਵੀ ਮੰਗ ਆ, ਪੰਜਾਬ ਦੇ ਵਿੱਚ ਵੀ ਮੰਗ ਆ ਕਿ ਜਿਹੜੀ ਡਾਇਰੈਕਟ ਪੇਮੈਂਟ ਨਹੀਂ ਹੋਣੀ ਚਾਹੀਦੀ ਹੈ ਜੋ ਪੁਰਾਣਾ ਸਿਸਟਮ ਆ। ਲੇਕਿਨ ਇਹ ਹੁਣ ਸੈਂਟਰ ਸਰਕਾਰ ਨੇ ਸੋਚਣਾ ਕਿ ਪੰਜਾਬ ਸਰਕਾਰ ਦੀ ਉਹ ਕਦੋਂ ਤੱਕ ਬਾਹ ਮਰੋੜ ਸਕਦੀ ਆ, ਕਿਉਂਕਿ ਪੰਜਾਬ ਆਰਥਿਕ ਪੱਖੋਂ ਵੀ ਤੇ ਸਮਾਜਿਕ ਪੱਖੋਂ ਵੀ ਤੇ ਸਾਂਝ ਪੱਖੋਂ ਵੀ ਤੇ ਭਾਈਚਾਰਕ ਪੱਖੋਂ ਵੀ ਕਿਤੇ ਨਾ ਕਿਤੇ ਪੰਜਾਬ ਦਾ ਨੁਕਸਾਨ ਕੀਤਾ ਜਾ ਰਿਹਾ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਨਬੀ ਨਿਊਜ਼, ਖਰੜ, ਮੋਹਾਲੀ।